दुल्हन एक आई सी नंदा जीवन रचना ते ਸਾਹਿਤਕ ਯੋਗਦਾਨ ਪ੍ਰਸ਼ਨ 1 ਦੁਲਹਨ ਇਕਾਂਗੀ ਦੇ ਲੇਖਕ ਆਈ ਸੀ ਨੰਦਾ ਨਾਲ ਸੰਖੇਪ ਜਾਣ ਪਛਾਣ ਕਰਾਓ। ਉੱਤਰ ਆਈ ਸੀ ਨੰਦਾ ਦਾ ਪੂਰਾ ਨਾਂ ਈਸ਼ਵਰ ਚੰਦਰ ਨੰਦਾ ਹੈ। ਆਈ ਸੀ ਨੰਦਾ ਦਾ ਜਨਮ ਪਿੰਡ ਗਾਂਧੀਆ ਜ਼ਿਲ੍ਹਾ ਗੁਰਦਾਸਪੁਰ ਵਿੱਚ ਦੀਵਾਨ ਭਾਗਮਲ ਦੇ ਘਰ 1892 ਈਸਵੀ ਵਿੱਚ ਹੋਇਆ। ਬਚਪਨ ਸਮੇਂ ਹੀ ਪਲੇਗ ਨਾਲ ਪਿਤਾ ਜੀ ਦੀ ਮੌਤ ਹੋ ਗਈ। ਮਾਤਾ ਨੇ ਬੜੀਆਂ ਤਕਲੀਫਾਂ ਚੱਲ ਕੇ ਨੰਦੇ ਨੂੰ ਪਾਲਿਆ ਤੇ ਪੜਾਇਆ। ਆਈ ਸੀ ਨੰਦਾ ਨੇ 1917 ਈਸਵੀ ਵਿੱਚ M.A. ਅੰਗਰੇਜ਼ੀ ਕੀਤੀ। 1924 ਈਸਵੀ ਵਿੱਚ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਇੰਗਲੈਂਡ ਗਿਆ। ਪਹਿਲਾਂ ਦਿਆਲ ਸਿੰਘ ਕਾਲਜ ਵਿੱਚ ਅੰਗਰੇਜ਼ੀ ਦਾ ਪ੍ਰੋਫੈਸਰ ਲੱਗਾ। ਫਿਰ ਸਰਕਾਰੀ ਕਾਲਜ ਰੋਹਤਕ ਵਿੱਚ ਅਤੇ 1947 ਈਸਵੀ ਵਿੱਚ ਸਰਕਾਰੀ ਕਾਲਜ ਲਾਹੌਰ ਤੋਂ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰ ਹੋਇਆ। ਦੇਸ਼ ਵੰਡ ਉਪਰੰਤ ਨਵੀਂ ਦਿੱਲੀ ਰਿਹਾ। ਆਤਮਜੀਤ ਅਨੁਸਾਰ ਉਹ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਨਾਲ ਪ੍ਰਾਪਤ ਜੀਵਨ ਪ੍ਰਤੀ ਖੁੱਲ੍ਹੇ ਡੁੱਲੇ ਨਜ਼ਰੀਏ ਦਾ ਸਮਰਥਕ ਹੈ ਅਤੇ ਇਸੇ ਹੀ ਦ੍ਰਿਸ਼ਟੀ ਤੋਂ ਬਦਲ ਰਹੀਆਂ ਸਮਾਜਕ ਕਦਰਾਂ ਕੀਮਤਾਂ ਦਾ ਹਮਾਇਤੀ ਬਣਦਾ ਹੈ। ਆਈ ਸੀ ਨੰਦਾ ਮੰਚਮੁਖ ਪੰਜਾਬੀ ਨਾਟਕ ਦਾ ਜਨਮਦਾਤਾ ਤੇ ਮੋਢੀ ਹੋਣ ਕਾਰਨ ਪੰਜਾਬੀ ਨਾਟਕ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਸਨੇ ਨੋਰਾ ਰਿਚਰਡਸ ਤੋਂ ਪ੍ਰਭਾਵਿਤ ਤੇ ਪ੍ਰੇਰਿਤ ਹੋ ਕੇ ਨਾਟਕ ਲਿਖਣੇ ਸ਼ੁਰੂ ਕੀਤੇ। 1913 ਈਸਵੀ ਵਿੱਚ ਪਹਿਲਾ ਇਕਾਂਗੀ ਦੁਲਹਨ ਸੁਹਾਗ ਲਿਖਿਆ। ਸੁਪਦਰਾ 1920 ਸ਼ਾਮੂ ਸ਼ਾਹ 1928 ਵਰ ਕਾਰਜਾ ਲਿਲੀ ਦਾ ਵਿਆਹ 1929 ਸੋਸ਼ਲ ਸਰਕਲ 1949 ਪੂਰੇ ਨਾਟਕ ਲਿਖੇ। ਚਲਕਾਰੇ 1950 ਲਿਸ਼ਕਾਰੇ 1953 ਚਮਕਾਰੇ 3 ਇਕਾਂਗੀ ਸੰਗ੍ਰਹਿ ਲਿਖੇ। ਮੁਰਾਦ 1943 ਅਤੇ ਤੇਜ ਕੌਰ 2 ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ। ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪ ਨੂੰ ਸਨਮਾਨ ਵੀ ਦਿੱਤਾ ਗਿਆ। ਸਤੰਬਰ 1966 ਈਸਵੀ ਵਿੱਚ ਆਈ ਸੀ ਨੰਦਾ ਦਾ ਦੇਹਾਂਤ ਹੋ ਗਿਆ। ਵਿਸ਼ਾ ਅਤੇ ਸਾਰ ਪ੍ਰਸ਼ਨ 2 ਦੁਲਹਨ ਇਕਾਂਗੀ ਦਾ ਵਿਸ਼ਾ ਅਤੇ ਸਾਰ ਲਿਖੋ। ਆਈ ਸੀ ਨੰਦਾ ਦੇ ਇਕਾਂਗੀ ਦੁਲਹਨ ਵਿਸ਼ੇ ਉੱਤੇ ਵਿਚਾਰ ਕਰਦਿਆਂ ਸਾਰ ਵੀ ਲਿਖੋ। ਉੱਤਰ ਪੰਜਾਬੀ ਨਾਟਕ ਦੇ ਪਿਤਾਮਾ ਆਈ ਸੀ ਨੰਦਾ ਨੇ ਦੁਲਹਨ ਇਕਾਂਗੀ 1913 ਈਸਵੀ ਵਿੱਚ ਲਿਖਿਆ। ਨੋਰਾ ਰਿਚਰਡਸ ਵੱਲੋਂ ਕਰਵਾਏ ਗਏ ਸਰਬ ਭਾਰਤੀ ਭਾਸ਼ਾਵਾਂ ਦੇ ਇਕਾਂਗੀਆਂ ਦੇ ਇਨਾਮੀ ਮੁਕਾਬਲੇ ਵਿੱਚੋਂ ਪੰਜਾਬੀ ਦਾ ਇਹ ਪਹਿਲਾ ਇਕਾਂਗੀ ਪਹਿਲੇ ਸਥਾਨ ਤੇ ਰਿਹਾ। ਨੰਦੇ ਨੇ ਇਹ ਇਕਾਂਗੀ ਸਮਾਜ ਸੁਧਾਰ ਦੀ ਭਾਵਨਾ ਨਾਲ ਲਿਖਿਆ। ਇਹ ਪ੍ਰਹਸਨ ਫਾਸ ਕਿਸਮ ਦਾ ਇਕਾਂਗੀ ਹੈ। ਵਿਸ਼ਾ ਦੁਲਹਨ ਇਕਾਂਗੀ ਵਿੱਚ ਗਰੀਬ ਪਰਿਵਾਰ ਦੀ ਮੁਟਿਆਰ ਦੇ ਵਿਆਹ ਦੀ ਸਮੱਸਿਆ ਨੂੰ ਵਿਸ਼ੇ ਦੇ ਤੌਰ ਤੇ ਲਿਆ ਹੈ। ਆਰਥਿਕ ਤੰਗੀ ਤੇ ਕਰਜ਼ੇ ਕਾਰਨ ਗਰੀਬ ਲੋਕ ਆਪਣੀਆਂ ਮੁਟਿਆਰ ਧੀਆਂ ਦੇ ਸਮੇਂ ਸਿਰ ਹਾਣ ਦੇ ਮੁੰਡੇ ਨਾਲ ਵਿਆਹ ਕਰਨ ਤੋਂ ਅਸਮਰਥ ਰਹਿੰਦੇ ਹਨ। ਮਜਬੂਰੀ ਵਸ ਉਹ ਪੈਸੇ ਲੈ ਕੇ ਆਪਣੀਆਂ ਮੁਟਿਆਰ ਧੀਆਂ ਦੇ ਮਨ ਦੇ ਵਲਵਲਿਆਂ ਨੂੰ ਕੁਚਲ ਕੇ ਵਡੇਰੀ ਉਮਰ ਦੇ ਦੁਹਾਜਵਾਂ ਨਾਲ ਵਿਆਹ ਦਿੰਦੇ ਹਨ। ਉਹ ਇਹ ਸੋਚ ਕੇ ਕਿ ਗਊ ਉੱਥੇ ਛੱਡੀਏ ਜਿੱਥੇ ਘਾਹ ਹੋਵੇ ਅਤੇ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਬਚ ਜਾਵੇ ਅਜਿਹਾ ਕਰਦੇ ਹਨ। ਜਿਵੇਂ ਕਿ ਨੰਦਾ ਦੇ ਦੁਲਹਨ ਇਕਾਂਗੀ ਵਿੱਚ ਹੁਸ਼ਿਆਰ ਚੰਦ ਮੇਲੋ ਜੋ ਕਿ 17-18 ਸਾਲ ਦੀ ਮੁਟਿਆਰ ਹੈ ਦਾ ਵਿਆਹ ਗਰੀਬੀ ਤੇ ਕਰਜ਼ੇ ਕਾਰਨ ਇੱਕ ਬੁੱਢੇ ਨਾਜ਼ਰ ਨਾਲ ਜੋ ਕਿ ਪੈਨਸ਼ਨ ਲੈਂਦਾ ਹੈ ਤੇ ਪੁੱਤਾਂ ਪੋਤਰਿਆਂ ਵਾਲਾ ਹੈ ਦੇ ਨਾਲ ਪੈਸੇ ਨੇਕੇ ਕਰਨ ਲਈ ਤਿਆਰ ਹੋ ਜਾਂਦਾ ਹੈ। ਕੌਰਾਂ ਦੇ ਮਨ ਵਿੱਚ ਇੱਕ ਵਾਰ ਉਬਾਲ ਉੱਠਦਾ ਹੈ। ਉਹ ਹੁਸ਼ਿਆਰ ਚੰਦ ਨੂੰ ਮੇਲੋ ਨੂੰ ਲੈ ਕੇ ਪੇਕੇ ਚਲੇ ਜਾਣ ਦੀ ਧਮਕੀ ਵੀ ਦਿੰਦੀ ਹੈ ਤੇ ਵਿਆਹ ਦਾ ਵਿਰੋਧ ਕਰਦੀ ਪਰ ਪੈਸਿਆਂ ਦੀ ਥੈਲੀ ਵੇਖ ਕੇ ਉਸਦੀ ਮਮਤਾ ਵੀ ਠੰਡੀ ਪੈ ਜਾਂਦੀ ਹੈ। ਉਹ ਵੀ ਕਹਿੰਦੀ ਹੈ ਸ਼ੁਕਰ ਇਹ ਬੱਬਾ ਦਾ ਕੁੜੀ ਘਰੋਂ ਨਿਕਲੂ ਤੇ ਸਾਡੀ ਚਿੰਤਾ ਮੁੱਕੂ। ਐਨ ਮੌਕੇ ਤੇ ਜਦੋਂ ਮੇਲੋ ਉਹਨਾਂ ਨੂੰ ਘਰੋਂ ਨਹੀਂ ਲੱਭਦੀ ਤਾਂ ਹੁਸ਼ਿਆਰ ਚੰਦ ਗੁੱਡੀਆਂ ਨਾਲ ਖੇਡਦੀ ਲਾਜੋ ਨੂੰ ਲਾਵਾਂ ਵਾਲੀ ਚੁੰਨੀ ਪਾ ਕੇ ਚੁੱਕ ਕੇ ਲਾਵਾਂ ਲਈ ਲੈ ਜਾਂਦਾ ਹੈ। ਇਸ ਨਾਲ ਇਹ ਸਮੱਸਿਆ ਕੋਰ ਦੁਖਾਂਤ ਬਣ ਜਾਂਦੀ ਹੈ ਤੇ ਸਮਾਜ ਦੀਆਂ ਇਹਨਾਂ ਬੁਰਾਈਆਂ ਕਾਰਨ ਗਰੀਬੀ ਅਣਜੋੜ ਵਿਆਹ ਤੇ ਜ਼ਬਰਦਸਤੀ ਵਿਆਹ ਬਾਰੇ ਸੋਚਣ ਨੂੰ ਮਜਬੂਰ ਕਰਦੀ ਹੈ। ਇਸ ਤਰ੍ਹਾਂ ਦੁਲਹਨ ਇਕਾਂਗੀ ਉਸ ਸਮੇਂ ਦੇ ਸਮਾਜ ਦੀ ਮਹੱਤਵਪੂਰਨ ਸਮੱਸਿਆ ਗਰੀਬੀ ਕਾਰਨ ਅਣਜੋੜ ਵਿਆਹ ਤੇ ਜ਼ਬਰਦਸਤੀ ਵਿਆਹ ਨੂੰ ਦਿਲ ਕੰਬਾਊ ਢੰਗ ਨਾਲ ਪੇਸ਼ ਕਰਦਾ ਹੈ। ਨੰਦੇ ਨੇ ਇਹ ਇਕਾਂਗੀ ਸਮਾਜ ਸੁਧਾਰ ਦੇ ਆਸ਼ੇ ਨਾਲ ਲਿਖਿਆ। ਪ੍ਰਹਸਨ ਕਿਸਮ ਦਾ ਹੋਣ ਕਰਕੇ ਇਸ ਵਿੱਚ ਉਸਨੇ ਅਣਜੋੜ ਤੇ ਜ਼ਬਰਦਸਤੀ ਵਿਆਹ ਦੀ ਖਿੱਲੀ ਉਡਾਈ ਹੈ। ਆਪਣੇ ਇਸ ਇਕਾਂਗੀ ਵਿੱਚ ਉਹ ਇਸ ਪੀਰ ਤੇ ਤਰਾਸਦਿਕ ਸਮੱਸਿਆ ਦਾ ਭਾਵੇਂ ਕੋਈ ਨਿੱਘਰ ਹੱਲ ਨਹੀਂ ਪੇਸ਼ ਕਰ ਸਕਿਆ ਪਰ ਇਹ ਇਸ਼ਾਰਾ ਜ਼ਰੂਰ ਕਰਦਾ ਹੈ ਕਿ ਆਪਣੇ ਨਾਲ ਹੋਣ ਵਾਲੀ ਅਜਿਹੀ ਬੇਇਨਸਾਫੀ ਵਿਰੁੱਧ ਮੁਟਿਆਰਾਂ ਨੂੰ ਗਾਵਤ ਕਰਨੀ ਚਾਹੀਦੀ ਹੈ। ਉਸਨੇ ਗਰੀਬੀ ਜੋ ਅਨੇਕਾਂ ਸਮਾਜਕ ਬਿਮਾਰੀਆਂ ਦੀ ਜਨਮਦਾਤੀ ਹੈ ਲੱਲਾ ਸਮਾਜਕ ਆਗੂਆਂ ਤੇ ਸਮਾਜ ਸੁਧਾਰਕਾਂ ਨੂੰ ਖਾਸ ਧਿਆਨ ਦੇਣ ਲਈ ਝੰਜੋੜਿਆ ਹੈ। ਸਾਰ ਇਸ ਇਕਾਂਗੀ ਦੀ ਕਹਾਣੀ ਗਰੀਬ ਪੇਂਡੂ ਪਰਿਵਾਰ ਨਾਲ ਸੰਬੰਧਿਤ ਹੈ। ਹੁਸ਼ਿਆਰ ਚੰਦ ਆਪਣੀ 35 ਕੁ ਸਾਲ ਦੀ ਪਤਨੀ ਕੌਰਾਂ ਨਾਲ ਇੱਕ ਪਿੰਡ ਵਿੱਚ ਰਹਿੰਦਾ ਹੈ। ਉਸ ਦੀਆਂ 2 ਧੀਆਂ ਹਨ। ਵੱਡੀ ਮੇਲੋ 17-18 ਸਾਲ ਦੀ ਅਤੇ ਛੋਟੀ ਲਾਜੋ 6-7 ਸਾਲਾਂ ਦੀ ਹੈ। ਪਰਦਾ ਉੱਠਣ ਤੇ ਕੌਰਾਂ ਦਲਾਨ ਵਿੱਚ ਬੈਠੀ ਚਰਖਾ ਕੱਤ ਰਹੀ ਹੈ ਤੇ ਇੱਕ ਬੁੱਢੀ ਗੁਆਂਢਣ ਕੋਲ ਥੀ ਉਸ ਨਾਲ ਗੱਲਾਂ ਕਰ ਰਹੀ ਹੈ। ਮੇਲੋ ਪਰੇ ਪੀੜੀ ਉੱਤੇ ਬੈਠੀ ਫੁਲਕਾਰੀ ਕੱਢ ਰਹੀ ਹੈ ਅਤੇ ਲਾਜੋ ਮੰਜੀ ਉੱਤੇ ਬੈਠੀ ਗੁੱਡੀਆਂ ਨਾਲ ਖੇਡ ਰਹੀ ਹੈ। ਕੌਰਾਂ ਬੁੱਢੀ ਗੁਆਂਢਣ ਨੂੰ ਕੁੜੀਆਂ ਵੱਡੀਆਂ ਕਰਕੇ ਵਿਆਹੁਣ ਦੇ ਪੈਂਦੇ ਜਾਂਦੇ ਪੈੜੇ ਰਿਵਾਜ ਬਾਰੇ ਲੱਲਾ ਕਰਦੀ ਹੋਈ ਦੱਸਦੀ ਹੈ ਕਿ ਪਹਿਲਾਂ 5 ਸਾਲ ਦੀ ਹੁੰਦਿਆਂ ਹੀ ਕੁੜੀ ਵਿਆਹ ਦਿੱਤੀ ਜਾਂਦੀ ਸੀ ਰਾਰਾ ਹੁਣ ਤਾਂ 18 ਵਰਿਆਂ ਦੀ ਕਰਕੇ ਵਿਆਹੁਣ ਲੱਗ ਪਏ ਹਨ। ਬੁੱਢੀ ਉਸ ਦੀ ਗੱਲ ਦੀ ਹਾਮੀ ਰੱਦਿਆਨ ਕਹਿੰਦੀ ਹੈ ਕਿ ਇਸ ਵਿੱਚ ਸਾਰਾ ਕਸੂਰ ਮਰਦਾਂ ਦਾ ਹੈ। ਉਹ ਆਪਣੇ ਮਨ ਦੀ ਕਰਦੇ ਹਨ ਤੇ 6 ਛੱਲਾਂ 5 ਤੀਵੀਆਂ ਦੀ ਕੋਈ ਨਹੀਂ ਸੁਣਦਾ। ਉਸਨੇ ਤਾਂ ਆਪਣੀ 5 ਵਰਿਆਂ ਦੀ ਹੋਣ ਵਾਲੀ ਪੁੱਤਰੀ ਵਾਸਤੇ ਮੁੰਡਾ ਵੀ ਲੱਭ ਰੱਖਿਆ ਹੈ ਪਰ ਉਸਦਾ ਪਿਓ ਨਹੀਂ ਮੰਨਦਾ।
ਕੌਰਾ ਆਪਣੀ ਚਿੰਤਾ ਬੁੱਢੀ ਨਾਲ ਸਾਂਝਾ ਕਰਦੀ ਹੈ ਕਿ ਉਸਦੀ ਮੇਲੋ ਵੀ 18 ਸਾਲਾਂ ਦੀ ਹੋਣ ਵਾਲੀ ਹੈ, ਪਰ ਉਸਦਾ ਪਿਓ ਕੇਸ ਮਾਰੀ ਬੈਠਾ ਹੈ। ਉਹ ਉਸਨੂੰ ਆਖ ਥੱਕ ਗਈ ਹੈ। ਉਹ ਟਾਲ ਮਟੋਲ ਕਰਦਾ ਰਹਿੰਦਾ ਹੈ। ਬੁੱਢੀ ਕੌਰਾ ਨੂੰ ਕਹਿੰਦੀ ਜਦੋਂ ਉਹ ਉਸਨੂੰ ਮਿਲਿਆ ਤਾਂ ਉਹ ਚੰਗੀ ਤਰ੍ਹਾਂ ਸਮਝਾਏਗੀ, ਪਰ ਕੌਰਾ ਵੀ ਉਸਨੂੰ ਜ਼ੋਰ ਦੇ ਕੇ ਕਹੇ। ਇੰਨੇ ਨੂੰ ਹੁਸ਼ਿਆਰ ਚੰਦ ਆ ਜਾਂਦਾ ਹੈ। ਬੁੱਢੀ ਦਾ ਪੋਤਰਾ ਉਸਨੂੰ ਸੱਦਣ ਆ ਜਾਂਦਾ ਹੈ ਤੇ ਉਹ ਚਲੀ ਜਾਂਦੀ ਹੈ। ਕੌਰਾ ਹੁਸ਼ਿਆਰ ਚੰਦ ਨੂੰ ਜੰਡਪੁਰੇ ਵਾਲੇ ਰਿਸ਼ਤੇ ਬਾਰੇ ਪੁੱਛਦੀ ਹੈ ਕਿ ਰਾਜਾ ਕੀ ਪਤਾ ਲੈ ਕੇ ਆਇਆ ਹੈ। ਹੁਸ਼ਿਆਰ ਚੰਦ ਦੱਸਦਾ ਹੈ ਕਿ ਰਾਜਾ ਕਹਿੰਦਾ ਹੈ ਕਿ ਚੰਗੇ ਭਾਗਾਂ ਨਾਲ ਇਹੋ ਜਿਹਾ ਘਰ ਲੱਭਦਾ ਹੈ। ਦਿਜਕ ਬਹੁਤ ਹੈ, ਵੱਡਾ ਤੇ ਮੰਨਿਆ ਤੰਨਿਆ ਖਾਨਦਾਨ ਹੈ। ਕੌਰਾ ਰੱਬ ਦਾ ਸ਼ੁਕਰ ਕਰਦੀ ਹੈ ਤੇ ਮੁੰਡੇ ਦੀ ਉਮਰ ਬਾਰੇ ਪੁੱਛਦੀ ਹੈ। ਹੁਸ਼ਿਆਰ ਚੰਦ ਮੇਲੋ ਨੂੰ ਪੰਟਾਣੀ ਵੱਲ ਭੇਜਦਾ ਹੈ ਕਿ ਉਸਨੂੰ ਕਰੋ ਕਿ ਪਾਂਦੇ ਨੂੰ ਆਉਣ ਤੇ ਉਹਨਾਂ ਵੱਲ ਭੇਜ ਦੇਵੇ। ਉਹ ਮਗਰੋਂ ਕੌਰਾ ਨੂੰ ਦੱਸਦਾ ਹੈ ਕਿ ਮੁੰਡਾ ਦੁਹਾਜੂ ਹੈ, ਉਸਦੇ 2 ਮੁੰਡੇ ਤੇ 1 ਕੁੜੀ ਹੈ। ਕੌਰਾ ਅੰਗਾ ਸਾਕਾਂ ਤੇ ਲੋਕਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਛਿੱਬੀਆਂ ਬਾਰੇ ਕਹਿੰਦੀ ਹੈ। ਕੌਰਾ ਉਸਦੀ ਆਮਦਨ ਬਾਰੇ ਪੁੱਛਦੀ ਹੈ ਤਾਂ ਉਹ ਦੱਸਦਾ ਹੈ ਕਿ ਉਹ ਕਚਹਿਰੀ ਵਿੱਚ ਨਾਜ਼ਰ ਸੀ। ਬਹੁਤ ਜ਼ਮੀਨ ਤੇ ਜਾਇਦਾਦ ਹੈ। ਕੌਰਾ ਵੀ ਸਭ ਕੁਝ ਸੰਜੋਗਾਂ ਦੇ ਵੱਸ ਸਮਝਦੀ ਹੈ। ਹੁਸ਼ਿਆਰ ਚੰਦ ਉਸਨੂੰ ਇਹ ਦੱਸ ਕੇ ਕਿ ਜਾਤਾਂ ਵੀ ਮਿਲਦੀਆਂ ਹਨ ਤੇ ਬਾਵੇ ਵੱਲ ਚਲਾ ਜਾਂਦਾ ਹੈ। ਹੁਸ਼ਿਆਰ ਚੰਦ ਦੇ ਜਾਣ ਪਿੱਛੋਂ ਨੈਣ ਭਗਤਾਂ ਦੇ ਮੁੰਡਾ ਹੋਣ ਪਿੱਛੋਂ ਉਸਦੀ ਮਾਂ ਵੱਲੋਂ ਭੇਜੀ ਭਾਜੀ ਦੇਣ ਆਉਂਦੀ ਹੈ। ਨੈਣ ਜੰਡਪੁਰੇ ਦੇ ਨੇੜਲੇ ਪਿੰਡ ਦੀ ਰਹਿਣ ਵਾਲੀ ਹੈ। ਉਸ ਕੋਲੋਂ ਕੌਰਾ ਨੂੰ ਪਤਾ ਲੱਗਦਾ ਹੈ ਕਿ ਜੰਡਪੁਰੇ ਵਾਲਾ ਪੈਨਸ਼ਨ ਲੈਂਦਾ ਹੈ, ਬਹੁਤ ਅਮੀਰ ਹੈ, 2 ਪੁੱਤਰ ਨੌਕਰ ਹਨ, ਪਿਛਲੇ ਸਾਲ 30 ਦਾ ਵਿਆਹ ਕੀਤਾ ਹੈ। ਕਹਿੰਦੇ ਨੇ ਪਿਓ ਪੁੱਤ ਵਿੱਚ ਬੋਲ ਬੁਲਾਰਾ ਹੋ ਗਿਆ ਸੀ ਤੇ ਪੁੱਤਰ ਦੇ ਇਹ ਬੋਲੀ ਮਾਰਨ ਤੇ ਪਈ ਹੁਣ ਕਿਹੜਾ ਜਾਇਦਾਦ ਵੰਡਾਉਣ ਵਾਲਾ ਜੰਮ ਪੈਣਾ ਹੈ, ਜਿੱਦੇ ਚੜ ਕੇ ਵਿਆਹ ਕਰਾਉਣ ਲੱਗਾ ਹੈ। ਕੌਰਾ ਸ਼ੁਕਰ ਕਰਦੀ ਹੈ ਕਿ ਕਿਤੇ ਸ਼ਗਨ ਨਹੀਂ ਕੱਲ ਬੈਠੇ। ਉਹ ਨੈਣ ਨੂੰ ਵੀ ਕਿਸੇ ਹੋਰ ਕੋਲ ਗੱਲ ਨਾ ਕਰਨ ਲਈ ਵੀ ਕਹਿੰਦੀ ਹੈ। ਹੁਸ਼ਿਆਰ ਚੰਦ ਜਦੋਂ ਘਰ ਆਉਂਦਾ ਹੈ ਤਾਂ ਕੌਰਾ ਉਸ ਨਾਲ ਝਗੜਦੀ ਹੈ ਕਿ ਉਹ ਉਸਨੂੰ ਸੱਚ ਨਹੀਂ ਦੱਸਦਾ। ਉਹ ਕਹਿੰਦੀ ਹੈ ਕਿ ਕਿਸੇ ਹਾਲਤ ਵਿੱਚ ਵੀ ਜੰਡਪੁਰੇ ਆਪਣੀ ਮੋਰਨੀ ਵਰਗੀ ਧੀ ਦਾ ਸਾਕ ਨਹੀਂ ਕਰਨਾ। ਹੁਸ਼ਿਆਰ ਚੰਦ ਉਸਨੂੰ ਕਹਿੰਦਾ ਕਿ ਭਾਵੇਂ ਉਹ ਨਾ ਮੰਨੇ ਪਰ ਉਸਨੇ ਸ਼ਗਨ ਭੇਜ ਦਿੱਤਾ ਹੋਇਆ ਹੈ ਤੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਵੀ ਹੋ ਚੁੱਕੀਆਂ ਨੇ। ਕੌਰਾ ਮੇਲੋ ਨੂੰ ਲੈ ਕੇ ਪੇਕੇ ਭੱਜ ਜਾਣ ਦੀ ਧਮਕੀ ਦਿੰਦੀ ਹੈ। ਇਸੇ ਵੇਲੇ ਮੇਲੋ ਬਾਹਰੋਂ ਆਉਂਦੀ ਹੈ ਤੇ ਉਹਨਾਂ ਦੀਆਂ ਗੱਲਾਂ ਬੂਹੇ ਪਿੱਛੇ ਲੁੱਕ ਕੇ ਸੁਣਦੀ ਹੈ। ਹੁਸ਼ਿਆਰ ਚੰਦ ਬੜੀ ਚਾਲਾਕੀ ਨਾਲ ਉਸਨੂੰ ਕਹਿੰਦਾ ਹੈ ਕਿ 2 ਧੀਆਂ ਵਿਆਹੁਣ ਵਾਲੀਆਂ ਨੇ, ਸਿਰ ਉੱਤੇ ਕਰਜ਼ਾ ਹੈ, ਘਰ ਰਾਤ ਦੇ ਖਾਣ ਜੋਗਾ ਵੀ ਨਹੀਂ, ਅਤੇ ਉਹ ਕੋਠੜੀ ਅੰਦਰੋਂ ਰੁਪਿਆਂ ਦੀ ਭਰੀ ਥੈਲੀ ਉਸ ਅੱਗੇ ਸੁੱਟਦਾ ਹੈ ਤੇ ਦੱਸਦਾ ਹੈ ਕਿ ਇਹ ਜੰਡਪੁਰਿਓਂ ਮਿਲੇ ਹਨ। ਰੁਪਏ ਦੇਖ ਕੇ ਕੌਰਾ ਮੰਨ ਜਾਂਦੀ ਹੈ ਤੇ ਅੱਜ ਰਾਤੀ ਵਿਆਹ ਕਿਵੇਂ ਕਰਨਾ ਹੈ ਬਾਰੇ ਪੁੱਛਦੀ ਹੈ। ਹੁਸ਼ਿਆਰ ਚੰਦ ਉਸਨੂੰ ਦੱਸਦਾ ਹੈ ਰਾਜੇ ਰਾਹੀਂ ਦੂਜੇ ਘਰ ਸਭ ਤਿਆਰੀ ਹੋ ਚੁੱਕੀ ਹੈ, ਤੂੰ ਪੈਸੇ ਸਾਂਭ ਤੇ ਉਹ ਜੰਜ ਵੱਲੋਂ ਹੋ ਕੇ ਆਉਂਦਾ ਹੈ। ਘਰ ਛੱਡ ਕੇ ਕਿਤੇ ਨਾ ਜਾਵੇ। ਕੌਰਾ ਇਹ ਸੋਚ ਕੇ ਕਿ ਵਿਆਹ ਵਿੱਚ 100 ਕੰਮ ਪੈ ਸਕਦੇ ਹਨ ਤੇ ਉਹ ਰਾਣੀ ਨੂੰ ਮਿਲ ਆਵੇ। ਬਾਹਰ ਮੇਲੋ ਨੇ ਜੋ ਗੱਲਾਂ ਸੁਣੀਆਂ ਹਨ ਉਸ ਤੋਂ ਉਸਨੂੰ ਕੁਝ ਸਮਝ ਨਹੀਂ ਆਉਂਦੀ ਕਿ ਵਿਆਹ ਕਿਸ ਦਾ। ਉਸਦੀ ਸਹੇਲੀ ਬਸੰਤੋਂ ਬਾਹਰੋਂ ਆਉਂਦੀ ਹੈ ਅਤੇ ਮੇਲੇ ਨੂੰ ਪਹਿਲਾਂ ਤਾਂ ਮਸ਼ਕਰੀਆਂ ਕਰਦੀ ਹੈ, ਪਰ ਪਿੱਛੋਂ ਉਸਨੂੰ ਨੈਣ ਕੋਲੋਂ ਪਤਾ ਲੱਗਦਾ ਹੈ। ਮੇਲੋ ਨੂੰ ਸੱਚੇ ਸੱਚ ਦੱਸ ਦਿੰਦੀ ਹੈ ਕਿ ਮੇਲੋ ਦਾ ਵਿਆਹ ਜੰਡਪੁਰੇ ਜਸ ਨਾਲ ਹੋ ਰਿਹਾ ਹੈ। ਉਹ ਵਡੇਰੀ ਉਮਰ ਦਾ ਹੈ, ਬਹੁਤ ਅਮੀਰ ਹੈ, ਪੁੱਤਾਂ ਪੋਤਰਿਆਂ ਵਾਲਾ ਹੈ। ਮੇਲੋ ਆਪਣੀ ਕਿਸਮਤ ਤੇ ਚੁਰਦੀ ਹੈ। ਉਹ ਆਤਮ ਹੱਤਿਆ ਕਰਨ ਬਾਰੇ ਸੋਚਦੀ ਹੈ। ਬਸੰਤੋਂ ਉਸਨੂੰ ਅਜਿਹਾ ਰਨ ਤੋਂ ਰੋਕਦੀ ਹੈ ਤੇ ਉਸਨੂੰ ਵੇਲਾ ਲੰਘਾਉਣ ਲਈ ਉੱਥੋਂ ਮਾਸੀ ਦੇ ਪਿੰਡ ਨੱਠਾ ਦਿੰਦੀ ਹੈ। ਹੁਸ਼ਿਆਰ ਚੰਦ ਬਾਹਰੋਂ ਆਉਂਦਾ ਹੈ। ਕੌਰਾ ਨੂੰ ਘਰ ਨਾ ਵੇਖ ਕੇ ਜਨਾਨੀ ਜਾਤ ਵਿਰੁੱਧ ਬੋਲਦਾ ਹੈ। ਇੰਨੇ ਨੂੰ ਕੌਰਾ ਆ ਜਾਂਦੀ ਹੈ। ਹੁਸ਼ਿਆਰ ਚੰਦ ਦੱਸਦਾ ਹੈ ਕਿ ਜੰਜ ਆ ਗਈ ਹੈ ਤੇ ਸਾਰਾ ਇੰਤਜ਼ਾਮ ਠੀਕ। ਇੰਨੇ ਨੂੰ ਪਾਂਦਾ ਕੁੜੀ ਨੂੰ ਛੇਤੀ ਲੈ ਕੇ ਆਉਣ ਲਈ ਬਾਹਰੋਂ ਆਵਾਜ਼ਾਂ ਮਾਰਦਾ ਹੈ। ਹੁਸ਼ਿਆਰ ਚੰਦ ਤੇ ਤੇਰਾ ਮੇਲੋ ਨੂੰ ਆਵਾਜ਼ਾਂ ਮਾਰਦੇ ਹਨ। ਕੌਰਾ ਮੇਲੋ ਨੂੰ ਲੱਭਦੀ ਹੈ। ਪਾਂਦਾ ਫਿਰ ਕੁੜੀ ਲੈ ਕੇ ਆਉਣ ਲਈ ਆਵਾਜ਼ ਮਾਰਦਾ ਹੈ। ਹੁਸ਼ਿਆਰ ਚੰਦ ਕੌਰਾ ਨੂੰ ਗੁੱਸੇ ਹੁੰਦਾ ਹੈ। ਦੋਵੇਂ ਮੇਲੋ ਦੇ ਘਰ ਨਾ ਹੋਣ ਤੇ ਪਰੇਸ਼ਾਨ ਹੋ ਜਾਂਦੇ ਹਨ। ਲੋਕਾਂ ਵਿੱਚ ਹੋਣ ਵਾਲੀ ਭੰਡੀ ਤੋਂ ਡਰਦੇ ਹਨ। ਕੌਰਾ ਮੇਲੋ ਨੂੰ ਕੋਸਦੀ ਹੈ। ਹੁਸ਼ਿਆਰ ਚੰਦ ਵੇਲਾ ਪਾਰਨ ਲਈ ਗੁੱਡੀਆਂ ਨਾਲ ਖੇਡਦੀ ਲਾਜੋ ਤੇ ਲਾਵਾਂ ਵਾਲੀ ਚੁੰਨੀ ਪਾ ਕੇ ਚੁੱਕ ਕੇ ਲੈ ਜਾਂਦਾ ਹੈ। ਕੌਰਾ ਪਾਏ ਵੇ ਜ਼ੁਲਮ ਹੋ ਗਿਆ ਕਹਿੰਦੀ ਹੋਈ ਰੋਂਦੀ ਤੇ ਦੁਹੱਥੜ ਮਾਰਦੀ ਹੈ। ਲਾਜੋ ਪਿਓ ਦੇ ਕੁਚਲੋਂ ਉਤਰਨ ਲਈ ਲੱਤਾਂ ਬਾਹਾਂ ਮਾਰਦੀ ਹੈ, ਪਰ ਹੁਸ਼ਿਆਰ ਚੰਦ ਉਸਨੂੰ ਲੈ ਕੇ ਚਲਾ ਜਾਂਦਾ ਹੈ।